हाँ जी, की हाल चाल है सारिਆਂ ਦਾ ठीक ठाक हो। हाँ जी, ਨੈਕਸਟ ਟੌਪਿਕ ਅੱਜ ਦਾ ਕਰਨ ਲੱਗਦੇ ਹਾਂ ਆਪਾਂ ਸਟਾਰਟ। ਪਿਛਲੇ ਨਾਲ ਥੋੜ੍ਹਾ ਜਿਹਾ ਕੋਰਿਲੇਟ ਕਰਦਾ ਐਜ਼ ਯੂਜ਼ੂਅਲ ਜਿੱਦਾਂ ਕਰਦੇ ਹੁੰਦੇ ਹਾਂ। ਪਿੱਛੇ ਆਪਾਂ ਕੀਤਾ ਇਲੈਕਟ੍ਰੀਕਲ ਪ੍ਰੋਪਰਟੀ ਦੀ ਜਿਹੜੀ ਸਟੱਡੀ ਕੀਤੀ ਸੀ, ਜਿਹਦੇ ਵਿੱਚ ਆਪਾਂ ਕੀਤਾ ਸੀ ਇਲੈਕਟ੍ਰੋਫੋਰੇਸਿਸ ਅਤੇ ਇਲੈਕਟ੍ਰੋ ਆਸਮੋਸਿਸ, ਹੈ ਨਾ। ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਜਸਟ ਮੂਵਮੈਂਟ ਆਫ ਪਾਰਟੀਕਲ ਸੀਗਾ, ਡਿਸਪਰਸਡ ਫੇਜ਼ ਦਾ ਅਤੇ ਡਿਸਪਰਜ਼ਨ ਮੀਡੀਅਮ ਦਾ। ਜਦੋਂ ਇਲੈਕਟ੍ਰਿਕ ਫੀਲਡ ਦੇ ਇਨਫਲੂਐਂਸ ਦੇ ਵਿੱਚ ਡਿਸਪਰਸਡ ਫੇਜ਼ ਦੇ ਪਾਰਟੀਕਲ ਮੂਵ ਕਰਦੇ ਸੀ, ਉਹਨੂੰ ਇਲੈਕਟ੍ਰੋਫੋਰੇਸਿਸ, ਅਤੇ ਮੀਡੀਅਮ ਦੇ ਪਾਰਟੀਕਲ ਕਰਨਗੇ ਇਲੈਕਟ੍ਰੋਸਮੋਸਿਸ ਹੋ ਜਾਏਗਾ। ਠੀਕ ਹੈ ਜੀ। ਨੈਕਸਟ ਟੌਪਿਕ ਟੂ ਮੱਚ ਇੰਪੋਰਟੈਂਟ ਹੈ, ਇਹਦੇ 'ਤੇ ਸਟਾਰ ਪੁਆਇੰਟ ਬਣਾ ਲਓ। ਕੋਗੂਲੇਸ਼ਨ ਆਫ ਕੋਲਾਈਡਲ ਸੋਲਿਊਸ਼ਨ। ਕੋਗੂਲੇਸ਼ਨ ਜਾਂ ਫਲੋਕੂਲੇਸ਼ਨ, ਵਨ ਆਫ ਦਾ ਸੇਮ ਥਿੰਗ। ਪਹਿਲੀ ਗੱਲ, ਕੋਗੂਲੇਸ਼ਨ ਵੀ ਕਹਿੰਦੇ ਆ, ਫਲੋਕੂਲੇਸ਼ਨ ਵੀ ਕਹਿੰਦੇ ਆ। ਫਲੋਕੂਲੇਸ਼ਨ FLOCCULATION, ਫਲੋਕੂਲੇਸ਼ਨ, ਹੈ ਨਾ। ਹੁਣ ਇਹਦੇ ਲਈ ਪਹਿਲਾਂ ਇੱਕ ਜਨਰਲ ਤੁਹਾਨੂੰ ਸਮਝਾਉਣਾ। ਆਪਾਂ ਨੂੰ ਇੱਕ ਗੱਲ ਦਾ ਪਤਾ ਕਿ ਡਿਸਪਰਸਡ ਫੇਜ਼ ਦੇ, ਮੰਨ ਲਓ ਤੁਹਾਡੇ ਕੋਲ ਕੋਈ ਕੋਲਾਈਡਲ ਸੋਲਿਊਸ਼ਨ ਪਿਆ ਹੈਗਾ ਅਤੇ ਉਹਦੇ ਵਿੱਚ ਡਿਸਪਰਸਡ ਫੇਜ਼ ਦੇ ਪਾਰਟੀਕਲ ਦੇ ਉੱਪਰ ਕੋਈ ਨਾ ਕੋਈ ਚਾਰਜ ਹੁੰਦਾ ਹੈ, ਪਿੱਛੇ ਆਪਾਂ ਪੜ੍ਹ ਚੁੱਕੇ ਹਾਂ। ਅਤੇ ਜਦੋਂ ਆਪਾਂ ਕੋਈ ਇਲੈਕਟ੍ਰੋਲਾਈਟ ਪਾ ਦਿਆਂਗੇ, ਇਲੈਕਟ੍ਰੋਲਾਈਟ ਕੀ ਹੁੰਦਾ? ਪੋਜ਼ੀਟਿਵ ਨੈਗੇਟਿਵ ਚਾਰਜ। ਠੀਕ ਹੈ। ਉਹ ਇਲੈਕਟ੍ਰੋਲਾਈਟ ਦਾ ਚਾਰਜ ਅਤੇ ਜਿਹੜੇ ਪਹਿਲਾਂ ਡਿਸਪਰਸਡ ਫੇਜ਼ ਦੇ ਪਾਰਟੀਕਲ ਦੇ ਚਾਰਜ, ਉਹਨਾਂ ਦੇ ਉੱਤੇ ਚਾਰਜ ਹੋਊਗਾ, ਓਪੋਜ਼ਿਟ ਚਾਰਜ ਇੱਕ ਦੂਸਰੇ ਨੂੰ ਅਟਰੈਕਟ ਕਰ ਲੈਣਗੇ ਅਤੇ ਪਾਰਟੀਕਲ ਡਿਸਪਰਸਡ ਫੇਜ਼ ਦੇ ਕੀ ਹੋ ਜਾਣਗੇ? ਨਿਊਟਰਲ ਹੋ ਜਾਣਗੇ। ਨਿਊਟਰਲ ਹੋ ਜਾਣਗੇ ਤਾਂ ਉਹ ਇੱਕ ਦੂਸਰੇ ਦੇ ਨਜ਼ਦੀਕ ਆ ਜਾਣਗੇ। ਨਜ਼ਦੀਕ ਆ ਜਾਣਗੇ ਤਾਂ ਮਤਲਬ PPT ਬਣਨੇ ਸ਼ੁਰੂ ਹੋ ਜਾਣਗੇ, ਗ੍ਰੈਵਿਟੀ ਵਰਕ ਕਰੂਗੀ ਅਤੇ ਉਹ ਸੈਟਲ ਡਾਊਨ ਹੋ ਜਾਣਗੇ। ਉਹਨੂੰ ਆਪਾਂ ਕੋਗੂਲੇਸ਼ਨ ਕਹਿੰਦੇ ਆ ਜਾਂ ਫਲੋਕੂਲੇਸ਼ਨ ਕਹਿੰਦੇ ਆ। ਠੀਕ ਹੈ ਜੀ। ਤਾਂ ਫਿਰ ਇਹਦੇ 'ਚ ਕੀ ਲਿਖੋਗੇ ਤੁਸੀਂ? ਦ ਫਿਨੋਮੀਨਾ ਲਿਖੋ। ਦ ਫਿਨੋਮੀਨਾ ਆਫ ਪ੍ਰੈਸਪੀਟੇਸ਼ਨ ਆਫ ਏ ਕੋਲਾਈਡਲ ਸੋਲਿਊਸ਼ਨ ਬਾਏ ਦ ਐਡੀਸ਼ਨ ਆਫ ਐਕਸੈਸ ਆਫ ਐਨ ਇਲੈਕਟ੍ਰੋਲਾਈਟ, excess of an electrolyte is known as coagulation, ਹੈ ਨਾ, ਜਾਂ ਫਲੋਕੂਲੇਸ਼ਨ, ਹੈ ਨਾ ਜੀ। ਅਤੇ ਇਹਦਾ ਇੱਕ ਮੈਕੈਨਿਜ਼ਮ ਥੋੜ੍ਹਾ ਜਸਟੀਫਾਈ ਕਰ ਲੈਂਦੇ ਹਾਂ। ਮੈਕੈਨਿਜ਼ਮ ਆਫ ਕੋਗੂਲੇਸ਼ਨ, ਮੈਕੈਨਿਜ਼ਮ ਦੇ ਵਿੱਚ ਆਹੀ ਜੋ ਤੁਹਾਨੂੰ ਸਮਝਾਇਆ ਹੈ। ਲਿਖੋ, ਦ ਪਾਰਟੀਕਲ ਆਫ ਡਿਸਪਰਸਡ ਫੇਜ਼ having some charge, when an electrolyte is added to the sole, the colloidal particle takes ions from electrolyte and become, bracket लिख लो, opposite charge, है ना, and become neutral and causes closer to each other, which causes closer to, they get closer to each other. In this way precipitate are formed. This phenomena, ਇਹਦਾ ਕੀ ਹੋ ਗਿਆ? ਮੈਕੈਨਿਜ਼ਮ ਹੋ ਗਿਆ ਨਾ। ਸੈਟਲ ਡਾਊਨ ਹੋ ਜਾਣਗੇ, ਗ੍ਰੈਵਿਟੀ ਵਰਕ ਕਰੇਗੀ। ਹੁਣ ਇਹਦੀ ਸਟੱਡੀ ਕਰਨ ਦੇ ਲਈ ਕਿ ਕਿੱਦਾਂ, ਕਿਹੜੇ ਫੈਕਟਰ 'ਤੇ ਡਿਪੈਂਡ ਕਰਦਾ ਹੈ ਕੋਗੂਲੇਸ਼ਨ ਬੈਸਟ ਕਦੋਂ ਹੋਊਗੀ, ਕਿਹੜੇ ਆਇਨ ਕਰਨਗੇ, ਕਿਉਂ ਕਰਨਗੇ, ਨਹੀਂ ਸਟੱਡੀ ਕਰਨ ਦੇ ਲਈ ਸਾਇੰਟਿਸਟ ਆਇਆ ਜੀ ਕੋਗੂਲੇਸ਼ਨ ਦੀ। ਉਹਨੇ ਆਪਣਾ ਰੂਲ ਦਿੱਤਾ, ਟੂ ਮੱਚ ਇੰਪੋਰਟੈਂਟ ਹੈ। ਰੂਲ ਦਾ ਨਾਮ ਹੈਗਾ, ਸਾਇੰਟਿਸਟ ਦਾ ਨਾਮ ਹੈਗਾ ਹਾਰਡੇ-ਸ਼ੂਲ ਰੂਲ, HAR, ਹਾਰਡੇ-ਸ਼ੂਲ, SCHULZE, ਹਾਰਡੇ-ਸ਼ੂਲ ਰੂਲ। ਉਹਨੇ ਰੂਲ ਦਿੱਤਾ। ਪਹਿਲਾਂ ਇਸ ਰੂਲ ਨੂੰ ਥੋੜ੍ਹਾ ਜਿਹਾ ਮੈਂ ਸਮਝਾਉਣ ਲੱਗਿਆ ਸਿੰਪਲ ਤਰੀਕੇ ਨਾਲ, ਉਸ ਤੋਂ ਬਾਅਦ ਲਿਖਾਊਂਗਾ। ਹਾਰਡੇ-ਸ਼ੂਲ ਰੂਲ ਬੇਸਿਕਲੀ ਹੈ ਕੁਛ ਨਹੀਂ, ਇੱਕ ਜਨਰਲ ਜੀ ਗੱਲ ਹੈ। ਹਾਰਡੇ-ਸ਼ੂਲ ਨੇ ਕੀ ਕਿਹਾ? ਕਹਿੰਦਾ ਪਹਿਲੀ ਗੱਲ, ਆਪੋਜ਼ਿਟ ਚਾਰਜ ਜਿਹੜੇ ਕੋਗੂਲੇਸ਼ਨ ਕਰਾਉਣਗੇ, ਇਹ ਆਪਾਂ ਨੂੰ ਵੀ ਪਤਾ ਹੈ, ਕਿਉਂਕਿ ਆਪੋਜ਼ਿਟ ਚਾਰਜ ਅਟਰੈਕਟ ਕਰਦੇ ਨੇ ਤਾਂ ਨਿਊਟਰਲ ਹੋ ਜਾਂਦੇ ਨੇ, ਅਤੇ ਫਿਰ ਉਹ ਇੱਕ ਦੂਸਰੇ ਨਜ਼ਦੀਕ ਆਉਣਗੇ ਤਾਂ ਸੈਟਲ ਡਾਊਨ ਹੋਣਗੇ। ਇਹ ਸਿੰਪਲ ਜੀ ਗੱਲ ਹੈ। ਪਹਿਲੀ ਉਹਨੇ ਕਿਹਾ ਵੀ ਆਪੋਜ਼ਿਟ ਚਾਰਜ ਜਿਹੜੇ ਹੈਗੇ ਨੇ ਕੋਗੂਲੇਸ਼ਨ ਜਾਂ ਫਲੋਕੂਲੇਸ਼ਨ ਕਰਵਾਉਣਗੇ। ਦੂਸਰਾ ਉਹਨੇ ਕੀ ਕਿਹਾ? ਆਪੋਜ਼ਿਟ ਚਾਰਜ ਜਿੰਨਾ ਜ਼ਿਆਦਾ ਹੋਊਗਾ ਉਨੀ ਕੋਗੂਲੇਸ਼ਨ ਵੱਧ ਕਰਵਾਊਗਾ। ਇਹ ਵੀ ਸਿੰਪਲ ਜੀ ਗੱਲ ਹੈ। ਜਿੰਨਾ ਜ਼ਿਆਦਾ ਹੋਊਗਾ ਉਨਾ ਉਹਦਾ ਘੱਟ ਅਮਾਊਂਟ ਯੂਜ਼ ਹੋਏਗਾ, ਉਨੀ ਕੋਗੂਲੇਸ਼ਨ ਵੱਧ ਕਰਵਾਊਗਾ।
ਫਿਰ ਇਹਨਾਂ ਨੇ ਕੀ ਕਿਹਾ, ਕਹਿੰਦਾ ਪੋਜ਼ਿਟਿਵ ਦੇ ਲਈ ਨੈਗੇਟਿਵ ਦੀ ਕੁਝ ਐਗਜ਼ਾਮਪਲ ਨੇ ਜੋ ਮੈਂ ਲਿਖਵਾਊਂਗਾ। ਨੈਗੇਟਿਵ ਦੇ ਲਈ ਅਗਰ ਨੈਗੇਟਿਵ ਸੋਲ ਹੈ ਤਾਂ ਉਹਦੇ ਲਈ ਪੋਜ਼ਿਟਿਵ ਆਹ ਵਾਲੇ ਤੁਸੀਂ ਯੂਜ਼ ਕਰ ਸਕਦੇ ਹੋ। ਉੱਥੋਂ ਹੀ ਇਹਨੇ 2 ਪੁਆਇੰਟ ਹੋਰ ਜਿਹੜੇ ਹੈਗੇ ਨੇ ਆਪਾਂ ਨੂੰ ਦੱਸੇ। ਇੱਕ ਤਾਂ ਕਾਗੂਲੇਸ਼ਨ ਵੈਲਿਊ ਜਾਂ ਫਲੋਕੂਲੇਸ਼ਨ ਵੈਲਿਊ ਇਹਨੇ ਦੱਸੀ, ਅਤੇ ਦੂਸਰਾ ਇਹਨੇ ਆਪਾਂ ਨੂੰ ਇੱਕ ਪੁਆਇੰਟ ਹੋਰ ਦੱਸਿਆ ਜਿਹਦੇ ਬੇਸਿਸ ਦੇ ਉੱਪਰ ਆਪਾਂ ਕਿਸੇ ਵੀ ਸੋਲ ਦੀ ਜਿਹੜੀ ਹੈਗੀ ਹੈ ਇੱਕ ਗੋਲਡ ਨੰਬਰ ਹੁੰਦਾ ਹੈ, ਜੋ ਅਗਲਾ ਟੌਪਿਕ ਆਊਗਾ ਉਸੇ ਬੇਸ 'ਤੇ ਗੋਲਡ ਨੰਬਰ ਬਾਰੇ ਦੱਸਿਆ। ਗੋਲਡ ਨੰਬਰ ਦੇ ਨਾਲ ਜਿਹੜੀ ਹੈਗੀ ਹੈ ਨੈਕਸਟ ਟੌਪਿਕ ਚਲੋ ਦੱਸਦਾ, ਪਹਿਲਾਂ ਇਹ ਹਾਰਡ ਇਸ਼ੂ ਖਤਮ ਕਰਦੇ ਹਾਂ ਆਪਾਂ। ਹਾਰਡ ਇਸ਼ੂ ਰੂਲ ਦੇ ਵਿੱਚ ਲਿਖੋ ਤੁਸੀਂ ਹੈਡਿੰਗ ਦੇ ਕੇ, ਅਕੋਰਡਿੰਗ ਟੂ ਦਿਸ ਰੂਲ ਜਿਹੜਾ ਹੈਗਾ ਗ੍ਰੇਟਰ ਦਾ ਬੈਲੈਂਸੀ ਆਫ ਦਾ ਐਕਟਿਵ ਆਇਨ ਬ੍ਰੈਕਟ 'ਚ ਕਾਗੂਲੇਟਿੰਗ ਆਇਨ ਜਿਹੜਾ ਕਾਗੂਲੇਸ਼ਨ ਕਰਵਾਊਗਾ ਹੈ ਨਾ, ਗ੍ਰੇਟਰ ਵਿਲ ਬੀ ਦਾ ਕਾਗੂਲੇਸ਼ਨ ਪਾਵਰ। ਕਹਿੰਦਾ ਭਾਵ ਜਿੰਨਾ ਜ਼ਿਆਦਾ ਆਪੋਜ਼ਿਟ ਚਾਰਜ ਹੋਏਗਾ ਉਨੀ ਕਾਗੂਲੇਸ਼ਨ ਪਾਵਰ ਜ਼ਿਆਦਾ ਹੋਏਗੀ ਹੈ ਨਾ। ਅਤੇ ਅਕੋਰਡਿੰਗ ਟੂ ਦਿਸ ਇਹ ਤੁਸੀਂ ਲਿਖ ਲਿਆ। ਉਸ ਤੋਂ ਬਾਅਦ ਲਿਖੋ ਆਇਨ ਨੈਕਸਟ, ਚਾਹੇ ਪੁਆਇੰਟ ਵਾਈਜ਼ ਲਿਖ ਲਓ ਚਾਹੇ ਇਹਨੂੰ ਪੈਰਾਗ੍ਰਾਫ ਵਾਈਜ਼ ਲਿਖ ਲਓ। ਕਹਿੰਦਾ ਆਇਨ ਕੈਰਿੰਗ ਚਾਰਜ ਆਪੋਜ਼ਿਟ ਟੂ ਦੈਟ ਆਫ ਸੋਲ ਪਾਰਟੀਕਲ, ਮਤਲਬ ਆਪੋਜ਼ਿਟ ਚਾਰਜ ਆਇਨ ਆਰ ਇਫੈਕਟਿਵ ਇਨ ਦਾ coagulation power of an electrolyte is directly proportional to fourth raised to power 4 हो गया ना, fourth power of the valency of the active ion। ਇਹਨੂੰ ਤੁਸੀਂ ਸਿੰਪਲ ਵਰਡ ਦੇ ਵਿੱਚ ਇਹੀ ਲਿਖ ਸਕਦੇ ਹੋ, 4th 3rd 5th ਆਪਾਂ ਕੁਛ ਨਹੀਂ ਕਰਨਾ, ਗ੍ਰੇਟਰ ਦੀ ਵੈਲਿਊ ਗ੍ਰੇਟਰ ਦਾ ਕਾਗੂਲੇਸ਼ਨ ਪਾਵਰ, ਬਸ ਇਹ ਚੀਜ਼ ਲਿਖਣੀ ਹੈ। ਫਿਰ ਇਹਨੇ ਕਿਹਾ ਫॉर ਦਾ ਕਾਗੂਲੇਸ਼ਨ ਆਫ ਨੈਗੇਟਿਵ ਸੋਲ, ਲੈਟ ਕੋਈ ਤੁਹਾਡੇ ਕੋਲੇ ਨੈਗੇਟਿਵ ਸੋਲ ਹੈਗੀ ਹੈ, ਉਹਦੀ ਕਾਗੂਲੇਸ਼ਨ ਦੇ ਲਈ ਤੁਸੀਂ ਕਿਹੜੇ ਕਿਹੜੇ ਯੂਜ਼ ਕਰ ਸਕਦੇ ਹੋ, ਕਿਹੜੇ ਕਿਹੜੇ ਜਿਹੜੇ ਜ਼ਿਆਦਾ ਇਫੈਕਟਿਵ ਨੈਗੇਟਿਵ ਸੋਲ ਦੇ ਲਈ। ਫॉर ਦਾ ਫਸਟ ਪੁਆਇੰਟ ਬਣਾ ਲਓ ਜਾਂ ਸਬ ਪਾਰਟ ਬਣਾ ਲਓ। ਨੈਗੇਟਿਵ ਸੋਲ ਦੇ ਲਈ ਜਿਹੜਾ ਆਰਡਰ ਆਫ ਕਾਗੂਲੇਸ਼ਨ ਕਹਿੰਦਾ Al3 ਪੋਜ਼ਿਟਿਵ ਵਿਲ ਗ੍ਰੇਟਰ ਦੈਨ Mg2 ਪੋਜ਼ਿਟਿਵ ਵਿਦ ਫਰਦਰ ਗ੍ਰੇਟਰ ਦੈਨ Na1 ਪੋਜ਼ਿਟਿਵ। ਸਿੰਪਲ ਜੀ ਗੱਲ ਹੈ, ਆਪੋਜ਼ਿਟ ਚਾਰਜ ਆਪਾਂ ਕੀਤਾ ਜਿੰਨਾ ਜ਼ਿਆਦਾ ਹੋਏਗਾ ਉਨੀ ਕਾਗੂਲੇਸ਼ਨ ਜਿਹੜੀ ਹੈਗੀ ਆ ਉਹ ਜ਼ਿਆਦਾ ਹੋਏਗੀ। ਤਾਂ ਇਹਦੇ ਵਿੱਚ ਤੁਸੀਂ ਇਹ ਪੁਆਇੰਟ ਜਿਹੜਾ ਹੈਗਾ ਸਿੰਪਲ ਜਿਹਾ ਲਿਖ ਸਕਦੇ ਹੋ ਨਾ। ਸਿਮਿਲਰਲੀ ਫॉर ਨੈਗੇਟਿਵ ਤੋਂ ਬਾਅਦ ਫॉर ਪੋਜ਼ਿਟਿਵ ਸੋਲ ਜੇ ਅਗਰ ਤੁਹਾਡੇ ਕੋਲ ਹੈਗੀ ਆ ਉਹਦੀ ਕਾਗੂਲੇਸ਼ਨ ਦੇ ਲਈ ਨੈਗੇਟਿਵ ਯੂਜ਼ ਹੋਣਗੇ। ਨੈਗੇਟਿਵ ਦੇ ਲਈ ਤੁਸੀਂ ਪੁਆਇੰਟ ਲਿਖ ਸਕਦੇ ਹੋ PO4 H3PO4 H3PO3 ਹੁੰਦੇ ਆ ਨਾ, ਇਹ ਮਤਲਬ ਫਾਸਫੋਰਸ ਦੇ ਐਸਿਡਸ ਹੁੰਦੇ ਨੇ, ਉਹਦਾ ਸਿਰਫ ਨੈਗੇਟਿਵ ਪਾਰਟ ਲਿਆ। ਲੈਟ PO4 3 ਨੈਗੇਟਿਵ ਜ਼ਿਆਦਾ ਇਫੈਕਟਿਵ ਹੋਏਗਾ SO4 2 ਨੈਗੇਟਿਵ ਨਾਲੋਂ, ਉਹ ਜ਼ਿਆਦਾ ਇਫੈਕਟਿਵ ਹੋਏਗਾ ਕਲੋਰੀਨ ਜਿਹੜਾ 1 ਨੈਗੇਟਿਵ ਦੇ ਨਾਲੋਂ ਜਿਹੜਾ ਇਫੈਕਟਿਵ ਹੋਏਗਾ। ਠੀਕ ਹੈ ਜੀ, ਇਹ ਆਪੋਜ਼ਿਟ ਜਿਹੜੇ ਹੈਗੇ ਨੇ ਇਹ ਆਪਾਂ ਨੂੰ ਕਾਗੂਲੇਸ਼ਨ ਕਰਨਗੇ। ਇਹ ਸਿੰਪਲ ਜੀ ਗੱਲ ਹੈ।